ਕਾਲ ਅੱਜ ਆਪਾਂ ਪੜਾਂਗੇ ਜਮਾਤ 10ਵੀਂ ਵਿਸ਼ਾ ਪੰਜਾਬੀ ਨਿਬੰਧ ਵਿੱਚੋਂ ਤੀਜਾ ਨਿਬੰਧ ਮਿਲਖਾ ਸਿੰਘ, ਜਿਸ ਦੇ ਲਿਖਾਰੀ ਨੇ ਪ੍ਰੋਫੈਸਰ ਸਰਵਣ ਸਿੰਘ। ਤੁਸੀਂ ਵੇਖ ਰਹੇ ਹੋ ਪੰਜਾਬੀ ਟੀਚਰ ਰਾਜਸਥਾਨ ਬੋਰਡ ਦੇ ਪੰਜਾਬੀ ਵਿਸ਼ੇ ਦਾ ਪਹਿਲਾ YouTube ਚੈਨਲ। ਜੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਜਰੂਰ ਸਬਸਕ੍ਰਾਈਬ ਕਰੋ। ਆਓ ਸ਼ੁਰੂ ਕਰੀਏ। ਇਹਨਾਂ ਅਭਿਆਸ ਪ੍ਰਸ਼ਨ ਨੂੰ ਆਪਣਾ ਧਿਆਨ 'ਚ ਰੱਖਣਾ ਹੈ ਔਰ ਜਿਵੇਂ ਪਾਠ ਪੜਾਂਗੇ ਨਾਲ ਦੀ ਨਾਲ ਉੱਤਰ ਕਰਾਂਗੇ ਤਾਂ ਕਿ ਵੀਡੀਓ ਬਾਅਦ 'ਚ ਬਹੁਤ ਲੰਬਾ ਹੋ ਜਾਂਦਾ ਹੈ। ਅਲੱਗ ਤੋਂ ਕਰ ਪ੍ਰਸ਼ਨ ਉੱਤਰ ਕਰਦੇ ਹਾਂ। ਪਹਿਲਾ ਪ੍ਰਸ਼ਨ, ਮਿਲਖਾ ਸਿੰਘ ਨੂੰ ਕਿਹੜੇ-ਕਿਹੜੇ ਨਾਂ ਦੀ ਉਪਮਾ ਦਿੱਤੀ ਜਾਂਦੀ ਹੈ? ਦੂਜਾ, ਮਿਲਖਾ ਸਿੰਘ ਏਸ਼ੀਆ ਦਾ ਬੈਸਟ ਐਥਲੀਟ ਕਿਵੇਂ ਤੇ ਕਦੋਂ ਬਣਿਆ? ਤੀਜਾ ਪ੍ਰਸ਼ਨ, ਮਿਲਖਾ ਸਿੰਘ ਦਾ ਪਰਿਵਾਰਿਕ ਪਿਛੋਕੜ ਕੀ ਸੀ ਤੇ 1947 ਦੀ ਵੰਡ ਵਿੱਚ ਉਸਦੇ ਪਰਿਵਾਰ ਤੇ ਕੀ ਬੀਤੀ ਹੈ? ਚੌਥਾ, ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਦੀ ਉਪਾਧੀ ਕਿਵੇਂ ਤੇ ਕਦੋਂ ਪ੍ਰਾਪਤ ਹੋਈ? ਪੰਜਵਾਂ, ਇਸ ਗਲਤੀ ਦਾ ਸਦਮਾ ਉਮਰ ਭਰ ਰਹੇਗਾ। ਇਹ ਸ਼ਬਦ ਕਿਸ ਪ੍ਰਸੰਗ ਦੇ ਵਿੱਚ ਮਿਲਖਾ ਸਿੰਘ ਨੇ ਕਹੇ ਸਨ? ਸਭ ਤੋਂ ਪਹਿਲਾਂ ਲੇਖਕ ਪਰਿਚੈ। ਪ੍ਰੋਫੈਸਰ ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਪਿੰਡ ਚੱਕਰ ਲੁਧਿਆਣਾ ਵਿਖੇ ਸਰਦਾਰ ਬਾਬੂ ਸਿੰਘ ਸੰਧੂ ਦੇ ਘਰੇ ਹੋਇਆ। ਮੁੱਢਲੀ ਪੜ੍ਹਾਈ ਚੱਕਰ ਦੇ ਮਲਾ ਪਿੰਡ ਦੇ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਇਸ ਉਪਰੰਤ MR ਸਰਕਾਰੀ ਕਾਲਜ ਫਾਜ਼ਿਲਕਾ ਤੋਂ BA, ਖਾਲਸਾ ਕਾਲਜ ਆਫ ਐਜੂਕੇਸ਼ਨ ਮੁਕਤਸਰ ਤੋਂ B.Ed, ਦਿੱਲੀ ਯੂਨੀਵਰਸਿਟੀ ਤੋਂ MA ਪੰਜਾਬੀ ਦੀ ਡਿਗਰੀ ਹਾਸਲ ਕੀਤੀ। ਪੜ੍ਹਾਈ ਉਪਰੰਤ ਪ੍ਰੋਫੈਸਰ ਸਰਵਣ ਸਿੰਘ ਜੀ ਨੇ ਅਧਿਆਪਨ ਕੀਤੇ ਵਜੋਂ ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਢੁੰਡੀਕੇ ਲੰਮਾ ਸਮਾਂ ਸੇਵਾ ਨਿਭਾਈ। ਸਾਹਿਤਕ ਯੋਗਦਾਨ ਸਦਕਾ ਪ੍ਰੋਫੈਸਰ ਸਰਵਣ ਸਿੰਘ ਨੂੰ ਸਿਰੋਮਣੀ ਲੇਖਕ ਦਾ ਪੁਰਸਕਾਰ ਮਿਲਿਆ ਹੋਇਆ ਹੈ। ਸਾਹਿਤਕ ਯੋਗਦਾਨ ਸਦਕਾ ਹੋਰ ਪੁਰਸਕਾਰ ਵੀ ਮਿਲੇ। ਕਰਤਾਰ ਸਿੰਘ ਧਾਲੀਵਾਲ ਅਵਾਰਡ, ਸਪੋਰਟਸ ਅਥਾਰਟੀ ਇੰਡੀਆ ਵੱਲੋਂ ਖੇਡ ਸਾਹਿਤ ਦਾ ਨੈਸ਼ਨਲ ਅਵਾਰਡ ਆਦਿ ਮਾਨ ਸਨਮਾਨ ਉਹਨਾਂ ਨੂੰ ਮਿਲੇ ਹੋਏ ਨੇ। ਆਓ ਸ਼ੁਰੂ ਕਰੀਏ ਪਾਠ। ਫਲਾਈਂਗ ਸਿੱਖ ਮਿਲਖਾ ਸਿੰਘ। ਮਿਲਖਾ ਸਿੰਘ ਸਿੱਖ ਕੌਮ ਦਾ ਸਰਬੋਤਮ ਐਥਲੀਟ ਗਿਣਿਆ ਜਾਂਦਾ ਹੈ। ਕੋਈ ਉਸ ਨੂੰ ਉੱਡਣਾ ਸਿੱਖ, ਕੋਈ ਦੌੜ ਦਾ ਬਾਦਸ਼ਾਹ ਤੇ ਕੋਈ ਟਰੈਕ ਦਾ ਵਾਵਰੋਲਾ ਆਖਦਾ ਹੈ। ਤੇ ਇੱਥੇ ਜਿਹੜਾ ਪਹਿਲਾ ਪ੍ਰਸ਼ਨ ਸੀ, ਮਿਲਖਾ ਸਿੰਘ ਕਿਹੜੇ-ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ? ਸਰਬੋਤਮ ਐਥਲੀਟ ਮਿਲਖਾ ਸਿੰਘ, ਉਸ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਉੱਡਣਾ ਸਿੱਖ, ਦੌੜਾਂ ਦਾ ਬਾਦਸ਼ਾਹ, ਟਰੈਕ ਦਾ ਵਾਵਰੋਲਾ, ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਜਦੋਂ ਦੌੜਦਾ ਸੀ ਤਾਂ ਟਰੈਕ ਵਿੱਚ ਹਨੇਰੀ ਆ ਜਾਂਦੀ ਸੀ। ਉਸ ਦਾ ਕਾਇਮ ਕੀਤੇ ਕੌਮੀ ਰਿਕਾਰਡ 34 ਸਾਲ ਬੀਤ ਜਾਣ ਤੇ ਵੀ ਕਾਇਮ ਹਨ। 20ਵੀਂ ਸਦੀ 'ਚ ਕੋਈ ਵੀ ਭਾਰਤੀ ਦੌੜਾਕ ਉਸ ਦਾ ਕੌਮੀ ਰਿਕਾਰਡ ਨਹੀਂ ਸੀ ਤੋੜ ਸਕਿਆ। ਉਸ ਨੇ ਐਲਾਨ ਹੀ ਕੀਤਾ ਹੋਇਆ ਸੀ, ਆਉਂਦੇ ਜਿਉਂਦੇ ਜੀ ਜੇ ਕੋਈ ਭਾਰਤੀ ਐਥਲੀਟ ਆਉਂਦਾ 400 ਮੀਟਰ ਜਾਂ 200 ਮੀਟਰ ਦੌੜ ਦਾ ਰਿਕਾਰਡ ਤੋੜ ਗਿਆ ਤਾਂ ਉਹ ਆਪਣੀ ਜੇਬ 'ਚ ਉਸ ਨੂੰ ਹਜ਼ਾਰਾਂ ਰੁਪਏ ਦਾ ਇਨਾਮ ਦੇਵੇਗਾ। 50ਵਿਆਂ ਦੇ ਅੰਤ ਵਿੱਚ ਕੁੱਲ ਦੁਨੀਆ 'ਚ ਮਿਲਖਾ ਸਿੰਘ ਹੋ ਪਈ। ਸਿਖਰ ਦੇ 82 ਮੁਕਾਬਲਿਆਂ 'ਚੋਂ 79 ਵਾਰ ਉਹਨੂੰ ਜਿੱਤ ਨਸੀਬ ਹੋਈ। ਉਹਨੂੰ ਜਗਤ ਪ੍ਰਸਿੱਧੀ ਹਾਸਲ ਕਰਨ ਲਈ ਘੱਟੋ ਘੱਟ 30,000 ਮੀਲ ਦੌੜਨ ਦਾ ਅਭਿਆਸ ਕਰਨਾ ਪਿਆ। ਦੌੜ ਉਹਨੇ ਟਰੈਕ ਕਸਾ ਦਿੱਤੇ। ਮਿਲਖਾ ਸਿੰਘ ਦਾ ਜਨਮ ਮਿਤੀ ਤਾਂ ਕਿਸੇ ਨੂੰ ਨਹੀਂ ਪਤਾ। ਉਹ ਖੁਦ ਇੰਨਾ ਹੀ ਜਾਣਦਾ ਸੀ ਕਿ ਉਹਦਾ ਬਚਪਨ ਪੱਛਮੀ ਪੰਜਾਬ ਦੇ ਜ਼ਿਲ੍ਹੇ ਮੁਜ਼ੱਫਰਗੜ੍ਹ ਵਿੱਚ ਬੀਤਿਆ। ਹੁਣ ਕੀ ਹੈ ਕਿ ਮਿਲਖਾ ਸਿੰਘ ਦੇ ਪਰਿਵਾਰਕ ਪਿਛੋਕੜ ਬਾਰੇ ਦੱਸੋ। ਉਹਦੇ ਪਰਿਵਾਰ ਕਿਵੇਂ ਰਿਹਾ, ਕਿਵੇਂ ਬੀਤਿਆ ਉਹਦਾ ਪੁਰਾਣਾ ਸਮਾਂ। ਇਸ ਪ੍ਰਸ਼ਨ ਦਾ ਉੱਤਰ ਆ ਰਿਹਾ ਹੈ। ਉਹਦਾ ਬਚਪਨ ਪੱਛਮੀ ਪੰਜਾਬ ਦੇ ਜ਼ਿਲ੍ਹੇ ਮੁਜ਼ੱਫਰਗੜ੍ਹ ਵਿੱਚ ਕੋਟ ਅੱਦੂ ਦੇ ਨੇੜੇ ਪਿੰਡ ਗੋਬਿੰਦਪੁਰਾ ਵਿੱਚ ਬੀਤਿਆ। ਉਹਨਾਂ ਦਾ ਪਰਿਵਾਰ ਖੇਤੀਬਾੜੀ ਕਰਦਾ ਸੀ। ਉਹ 5 ਭਾਈ ਸਨ ਤੇ 3 ਭੈਣਾਂ। ਆਮ ਕਿਸਾਨ ਘਰਾਂ ਵਾਂਗ ਉਹਨਾਂ ਦੇ 2 ਕੱਚੇ ਕੋਠੇ ਸਨ। ਇੱਕ ਵਿੱਚ ਡੰਗਰ ਬਸਦੇ ਸਨ, ਦੂਜੇ ਵਿੱਚ ਉਹ ਆਪ ਸੌਂਦੇ ਸਨ। ਪਿੱਛੋਂ 5-6 ਮੀਲ ਦੂਰ ਉਹ ਨੰਗੇ ਪੈਰੀ ਪੜਨ ਜਾਂਦਾ। ਤਪਦਿਆਂ ਧੁੱਪਾਂ ਵਿੱਚ ਰੇਤਲੇ ਰਾਹਾਂ ਉੱਤੇ ਉਹਦੇ ਪੈਰ ਭਸਦੇ। ਉਹ ਦੌੜਨ ਲੱਗ ਪੈਂਦਾ ਤੇ ਕਿਸੇ ਕਿੱਕਰੀ ਦੀ ਛਾਂ ਹੇਠ ਠੰਡੇ ਕਰਦਾ। ਠੰਡੀ ਛਾਂ ਦੀ ਤਾਂਗ ਵਿੱਚ ਉਹ ਦੌੜਾਂ ਇਸ ਮਹਾਨ ਦੌੜਾਕ ਦੇ ਜੀਵਨ ਦੀਆਂ ਮੁੱਢਲੀਆਂ ਦੌੜਾਂ ਸਨ। ਫਿਰ 1947 ਵਿੱਚ ਦੇਸ਼ ਦੀ ਵੰਡ ਹੋ ਗਈ। ਮਿਲਖਾ ਸਿੰਘ ਉਦੋਂ 7ਵੀਂ 8ਵੀਂ 'ਚ ਪੜ੍ਹਦਾ ਸੀ। ਉਸ ਦਾ ਵੱਡਾ ਭਾਈ ਮੱਖਣ ਸਿੰਘ ਮੁਲਤਾਨ ਫੌਜ ਵਿੱਚ ਸੀ। ਪਿੰਡ ਨੂੰ ਮੁਸਲਮਾਨ ਲਟੇਰਿਆਂ ਨੇ ਘੇਰਾ ਪਾਇਆ ਤਾਂ ਮਿਲਖਾ ਸਿੰਘ ਫੌਜਾਂ ਦੀ ਮਦਦ ਲੈਣ ਲਈ ਲੁੱਕ ਕੇ ਮੁਲਤਾਨ ਦੀ ਗੱਡੀ ਚੜ੍ਹਿਆ। ਗੱਡੀ ਲਹੂ ਨਾਲ ਲਿਬੜੀ ਹੋਈ ਸੀ। ਉਹ ਜਨਾਨੇ ਡੱਬੇ ਦੇ ਫੱਟੇ ਹੇਠ ਲੁਕਿਆ ਪਿਆ ਸੀ ਤੇ ਸਵਾਰੀਆਂ ਨੂੰ ਪਤਾ ਲੱਗਿਆ। ਉਹਨੇ ਥੱਲੋਂ ਰੋਲਾ ਪਾਤਿਆ, ਕਹਿੰਦਾ ਚੋਰ ਹੈ, ਚੋਰ ਹੈ, ਚੋਰ ਹੈ। ਮਿਲਖਾ ਸਿੰਘ ਵਿਚਾਰਾ ਛੋਟੀ ਜਿਹੀ ਉਮਰ ਦਾ ਬੱਚਾ ਸੀ। ਥੱਲੋਂ ਨਿਕਲਿਆ ਹੱਥ ਜੋੜ ਕੇ, ਬੜੇ ਰੋਂਦਾ ਹੋਇਆ, ਬੁੱਲ ਡੁੱਡ ਲਾਉਂਦੇ ਹੋਏ ਉਹਨੇ ਕਿਹਾ
मैं चोर नहीं है, मैं चोर नहीं है। ਤੇ ਅਚਾਨਕ ਉਹਨਾਂ ਜਿਹੜੀਆਂ ਸਵਾਰੀਆਂ ਨੂੰ ਵਿਸ਼ਵਾਸ ਹੋ ਗਿਆ ਔਰ ਉਹਨੇ ਥੱਲੇ ਹੀ ਗੱਡੀ ਦੇ ਵਿੱਚ ਲਕਾਤਾ ਔਰ ਲਕਾ ਕੇ ਫਿਰ ਉਹ ਲੈ ਆਏ। ਇਸ ਤਰ੍ਹਾਂ ਉਹ ਪਹੁੰਚਿਆ ਸੀਗਾ ਭਾਰਤ ਦੇ ਵਿੱਚ। ਮਿਲਖਾ ਸਿੰਘ ਆਪਣੀ ਭਰਜਾਈ ਨਾਲ ਮੁਲਤਾਨ ਤੋਂ ਫਿਰੋਜ਼ਪੁਰ ਆ ਗਿਆ ਕਿਉਂਕਿ ਉੱਥੇ ਰੌਲਾ ਪੈ ਗਿਆ ਸੀ। ਰੌਲੇ ਦੇ ਕਾਰਨ ਮਿਲਖਾ ਸਿੰਘ ਹੋਰਾਂ ਨੂੰ ਆਉਣਾ ਪੈ ਗਿਆ। ਔਰ ਜਿਹੜਾ ਪਰਸਨ ਸੀ ਮਿਲਖਾ ਸਿੰਘ ਦਾ ਪਰਿਵਾਰਿਕ ਪਿਛੋਕੜ ਕੀ ਸੀ, ਉਹ ਗੋਬਿੰਦਪੁਰੇ ਦਾ ਸੀਗਾ। ਉੱਥੇ ਇਕੱਠੇ ਭੈਣ ਭਰਾ ਵਗੈਰਾ ਰਹਿੰਦੇ ਸੀ ਔਰ ਫਿਰ ਉਹ 47 ਦੀ ਵੰਡ ਦੇ ਵਿੱਚ ਲੜਾਈ ਹੋ ਗਈ ਔਰ ਗੱਡੀ ਛੁਪਦੇ ਛਪਾਉਂਦੇ ਉਹ ਕੀ ਕਹਿੰਦੇ ਆ ਕਿ ਭਾਰਤ ਦੇ ਵਿੱਚ ਪਹੁੰਚ ਗਿਆ। ਇਹ ਆਪਾਂ ਵਿਵਰਣ ਹੈ ਇਸ ਬਾਰੇ ਲਿਖ ਦੇਣਾ, ਕੁਝ ਹੋਰ ਵੀ ਲਿਖ ਸਕਦੇ ਹੋ ਤੁਸੀਂ। ਮਿਲਖਾ ਸਿੰਘ ਆਪਣੀ ਭਰਜਾਈ ਨਾਲ ਮੁਲਤਾਨ ਤੋਂ ਫਿਰੋਜ਼ਪੁਰ ਆ ਗਿਆ। ਮੱਖਣ ਸਿੰਘ ਆਪਣੇ ਪਰਿਵਾਰ ਨੂੰ ਕੱਢ ਲਿਆਉਣ ਵਿੱਚ ਕਾਮਯਾਬ ਨਾ ਹੋ ਸਕਿਆ। ਸਾਰਾ ਗੋਬਿੰਦਪੁਰ ਅੱਗ ਦੀ ਭੇਟ ਹੋ ਗਿਆ। ਸਾਰੇ ਸਿੱਖ ਸਮੇਤ ਮਿਲਖਾ ਸਿੰਘ ਦੇ ਮਾਤਾ ਪਿਤਾ ਤੇ ਭੈਣ ਭਾਈਆਂ ਦੇ ਕਤਲ ਕਰ ਦਿੱਤੇ। ਕੇਵਲ ਇੱਕ ਵਿਆਹੀ ਹੋਈ ਭੈਣ ਆਪਣੇ ਸਹੁਰਿਆਂ ਨਾਲ ਬਚ ਕੇ ਆ ਗਈ ਜਾਂ ਵੱਡਾ ਭਾਈ ਮੱਖਣ ਸਿੰਘ। ਫਿਰੋਜ਼ਪੁਰ ਦੇ ਕੈਂਪ ਵਿੱਚ ਕੁਝ ਸਮਾਂ ਰੁਲਣ ਤੇ ਫੌਜੀਆਂ ਬੂਟ ਪਾਲਸ ਕਰਨ ਪਿੱਛੋਂ ਮਿਲਖਾ ਸਿੰਘ ਦਿੱਲੀ ਆ ਗਿਆ। ਉੱਥੇ ਉਹ ਆਪਣੀ ਭੈਣ ਨੂੰ ਮਿਲਿਆ। ਉਹ ਦਿਨ ਬੜੀ ਬਿਪਤਾ ਦੇ ਸਨ। ਭੈਣ ਉਹਦੀ ਲਈ ਬੇਹੀ ਰੋਟੀ ਵੀ ਸਹੁਰਿਆਂ ਤੋਂ ਲੁਕਾ ਕੇ ਰੱਖਦੀ ਸੀ ਤੇ ਉਹ ਡੁੱਲਦੇ ਮਨ ਵਿੱਚ ਨਾਲ ਸੁੱਕੀ ਰੋਟੀ ਚੱਬ ਚਿੱਥ ਕੇ ਖਾਂਦਾ। ਨਿਤ ਉਹਨੂੰ ਤਾਨੇ ਮਹਿਣੇ ਸਹਿਣੇ ਪੈਂਦੇ। ਉਹਨੇ ਫੌਜ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਪਰ ਸਰੀਰੋਂ ਬੜਾ ਮਾੜਾ ਸੀਗਾ, ਨਾ ਭਰਤੀ ਹੋ ਸਕਿਆ। ਫਿਰ ਉਹ ਲਫੰਗਿਆਂ ਦੇ ਟੋਲੇ ਵਿੱਚ ਰਲ ਗਿਆ ਤੇ ਕਈ ਐਬ ਤੇ ਵੈਲ ਕੀਤੇ, ਮੌਜ ਮਸਤੀਆਂ ਮਾਰੀਆਂ, ਚਾਕੂ ਚੁੱਕੂ ਵੀ ਚਲਾਇਆ। ਪਰੰਤੂ ਫਿਰ ਉਹਦੇ ਭਰਾ ਨੇ ਬਾਰ-ਬਾਰ ਸਿਫਾਰਿਸ਼ ਵੀ ਕੀਤੀ ਔਰ ਉਹਨੇ ਥੋੜੀ ਮਿਹਨਤ ਕੀਤੀ ਔਰ 1952 ਦੇ ਵਿੱਚ ਉਹ ਫੌਜ ਵਿੱਚ ਭਰਤੀ ਹੋ ਗਿਆ। 1953 ਵਿੱਚ ਉਹਨੂੰ ਦੌੜ ਮੁਕਾਬਲਿਆਂ ਦਾ ਪਤਾ ਸੀ। ਉਦੋਂ ਉਹਦੀ ਉਮਰ 20 ਸਾਲ ਦੀ ਸੀ ਔਰ ਯੂਰਪ ਦੇ ਵਿੱਚ ਬਾਕੀ ਵਿਸ਼ਵ ਵਿੱਚ 20 ਸਾਲ ਦੇ ਐਥਲੀਟ ਕੀ ਹੈ ਕਿ 올림픽 ਖੇਡ ਜਾਂਦੇ ਆ, ਪਰੰਤੂ ਉਹ ਲੇਟ ਲੱਗਿਆ ਸੀ। 1953 ਚ ਉਹਦੀ ਉਮਰ ਕਿੰਨੀ ਸੀ? ਇੱਕ ਮੁਲਾਕਾਤ ਸਮੇਂ ਉਹਦੀ ਜਨਮ ਤਾਰੀਖ ਪੁੱਛੀ ਤਾਂ ਉਹਦਾ ਜਵਾਬ ਦਿੱਤਾ, ਸੱਚੀ ਮੁੱਚੀ ਜਾਂ ਕਿਤਾਬਾਂ ਵਾਲੀ। ਮੈਂ ਕਿਹਾ ਦੋਵੇਂ। ਸੱਚ ਪੁੱਛੋ ਤਾਂ ਸੱਚੀ ਮੁੱਚੀ ਤਾਂ ਮੈਨੂੰ ਵੀ ਨਹੀਂ ਪਤਾ। ਮੇਰੀ ਮੇਮ ਸਾਹਿਬ ਨੇ ਜੋਤਸੀ ਤੋਂ ਕੁੰਡਲੀ ਬਣਵਾਈ ਤਾਂ 1930 ਨਿਕਲਿਆ, ਪਰ ਪਾਸਪੋਰਟ ਤੇ ਮੇਰਾ ਜਨਮ ਤਾਰੀਖ 20 ਨਵੰਬਰ 1935 ਲਿਖੀ ਹੋਈ ਹੈ। ਮਿਲਖਾ ਸਿੰਘ ਦਾ ਕੱਦ 5 ਫੁੱਟ 9 ਇੰਚ, ਜੁੱਸਾ ਦਰਮਿਆਨਾ ਤੇ ਪਤਲਾ। ਜਿਵੇਂ ਤੁਸੀਂ ਫੋਟੋ ਵਿੱਚ ਦੇਖਿਆ ਹੋਣਾ, ਆਪਣੇ ਥੰਬਨੇਲ ਤੇ ਫੋਟੋ ਲੱਗੀ ਹੋਈ ਹੈ ਮਿਲਖਾ ਸਿੰਘ ਦੀ। ਫੌਜ ਵਿੱਚ ਭਰਤੀ ਹੋਣ ਲਈ ਉਹਦੀ ਛਾਤੀ ਦਾ ਘੇਰਾ ਘੱਟ ਸੀ। ਭਰਤੀ ਕਰਨ ਵਾਲੇ ਨੇ ਉਹਨੇ ਮਿਹਨਤੀ ਕਰਕੇ ਪਿੱਛੇ ਮੋੜ ਦਿੰਦੇ। ਰੰਗਰੂਟੀ ਕਰਨ ਵੇਲੇ ਜਵਾਨਾਂ ਦੀਆਂ ਖੇਡਾਂ ਹੋਈਆਂ। ਮਿਲਖਾ ਸਿੰਘ ਕ੍ਰਾਸ ਕੰਟਰੀ ਚੋਂ 6ਵੇਂ ਨੰਬਰ ਤੇ ਆਇਆ। ਫਿਰ ਮਿਲਖਾ ਸਿੰਘ ਤੋਂ ਪੁੱਛਿਆ 400 ਮੀਟਰ ਦੌੜ ਲਏਗਾ? ਮਿਲਖਾ ਸਿੰਘ ਨੇ ਪੁੱਛਿਆ 400 ਮੀਟਰ ਕਿੰਨੀ ਹੁੰਦੀ ਹੈ? ਜਦੋਂ ਉਹਨੇ ਦੱਸਿਆ ਵੀ 400 ਮੀਟਰ ਇੱਕ ਟਰੈਕ ਦਾ ਚੱਕਰ ਹੈ ਤਾਂ ਮਿਲਖਾ ਸਿੰਘ ਕਹਿੰਦਾ ਮੈਂ ਤਾਂ ਭਈਆ 10 ਚੱਕਰ ਲਾ ਦਾਂ, ਤੁਸੀਂ ਇੱਕ ਚੱਕਰ ਦੀ ਗੱਲ ਕਰਦੇ ਹੋ, ਕੋਈ ਵੱਡੀ ਗੱਲ ਨਹੀਂ। ਪਰੰਤੂ ਉਹਨੇ ਕਿਹਾ ਨਹੀਂ, ਲਾਣਾ ਇੱਕ ਹੀ ਚੱਕਰ ਹੈ, ਪਰੰਤੂ ਉਸ ਇੱਕ ਚੱਕਰ ਦੇ ਵਿੱਚ 10 ਚੱਕਰਾਂ ਜਿੰਨਾ ਜ਼ੋਰ ਲਾਣਾ ਹੈ। ਤੇ ਮਿਲਖਾ ਸਿੰਘ ਕਹਿੰਦਾ ਕੋਈ ਦਿੱਕਤ ਨਹੀਂ। ਔਰ ਜਦੋਂ ਉਹ ਲਾਈ ਦੌੜ ਤਾਂ ਮਿਲਖਾ ਸਿੰਘ ਫਸਟ ਆਇਆ ਉਸ ਵਿੱਚ ਔਰ ਹਰ ਵਾਰ ਉਹ ਫਸਟ ਆਂਦਾ ਸੀਗਾ। ਹੌਲੀ ਹੌਲੀ ਉਹਦੀ ਦੌੜ ਹੋਰ ਤੇਜ਼ ਹੁੰਦੀ ਰਹੀ, ਸਰੀਰ ਜੋੜ ਫੜਦਾ ਗਿਆ, ਦਮ ਹੋਰ ਪੱਕਦਾ ਗਿਆ। ਆਪਣੇ ਪਲਟਨ ਦੇ ਦੌੜ ਮੁਕਾਬਲਿਆਂ ਤੇ ਸਮੁੱਚੀ ਫੌਜ ਦੇ ਦੌੜ ਮੁਕਾਬਲਿਆਂ 'ਚ ਪਹਿਲੇ ਨੰਬਰ ਤੇ ਆਂਦਾ ਸੀ। ਗਰਾਊਂਡ ਉਹਦੇ ਲਈ ਰੱਬ ਬਣ ਗਿਆ ਤੇ ਦੌੜਨਾ ਨਿਤਨੇਮ। ਦੌੜਦਿਆਂ ਵਧੇਰੇ ਜ਼ੋਰ ਲੱਗਣ ਨਾਲ ਉਹ ਅਕਸਰ ਬੇਹੋਸ਼ ਹੋ ਜਾਂਦਾ, ਪਰ ਫਿਰ ਵੀ ਦੌੜਨਾ ਚਾਲੂ ਰੱਖਦਾ। ਉਹਨੂੰ ਸਭ ਕੁਝ ਇਹ ਭਗਵਾਨ ਦੀ ਆਰਾਧਨਾ ਵਰਗਾ ਲੱਗਦਾ ਸੀ। 1956 ਵਿੱਚ ਮੈਲਬੌਰਨ ਦੀਆਂ 올림픽 ਖੇਡਾਂ ਵਿੱਚ ਮਿਲਖਾ ਸਿੰਘ ਭਾਰਤੀ ਟੀਮ ਵਿੱਚ ਚੁਣਿਆ ਗਿਆ। ਖੇਡਾਂ ਦੀ ਰੰਗ ਬਰੰਗੀ ਤੇ ਵਿਸ਼ਾਲ ਦੁਨੀਆ ਦੀ ਅਸਲੀ ਪਤਾ ਉਸਨੂੰ ਮੈਲਬੌਰਨ ਜਾ ਕੇ ਲੱਗਾ। ਉਹ ਵੱਡਾ ਭਰਪੂਰ ਸਟੇਡੀਅਮ ਵੇਖ ਕੇ ਅਚਰਜ ਰਹਿ ਗਿਆ। ਜੇਤੂਆਂ ਦਾ ਸਾਹੀ ਸਨਮਾਨ ਉਹਦੇ ਅੰਦਰ ਕੁਤਕਤਾੜੀਆਂ ਕਰਨ ਲੱਗ ਪਿਆ। ਉਹ ਭਾਵੇਂ ਹੀਟਾਂ ਵਿੱਚ ਹੀ ਹਾਰ ਗਿਆ, ਪਰ ਅੱਗੇ ਜਿੱਤਣ ਲਈ ਨਵਾਂ ਉਤਸ਼ਾਹ ਲੈ ਕੇ ਮੁੜਿਆ। ਆਉਂਦਿਆਂ ਉਹ ਅਭਿਆਸ ਵਿੱਚ ਮਗਨ ਹੋ ਗਿਆ ਤੇ ਉਹਦੀ ਨਵੀਂ ਤਪੱਸਿਆ ਸ਼ੁਰੂ ਹੋ ਗਈ। ਸਿਕੰਦਰਾਬਾਦ ਉਹਦਾ ਸੈਂਟਰ ਸੀ। ਫੌਜੀ ਬੈਰਕ ਦਾ ਗਰਾਊਂਡ ਉਹਦੀ ਦੁਨੀਆ, ਜਿੱਥੇ ਕੋਰ ਤਪੱਸਿਆ ਤੇ ਲਹੂ ਪੀਂਦੀ, ਚਿਹਰਾ ਜਰਦ ਕਰਦੀ, ਉਨੀਂਦਰੇ ਮਾਰਦੀ। ਉੱਥੇ ਦੂਜੇ ਪਾਸੇ ਜਿੱਤਣ ਦਾ ਸੁਨਹਿਰੀ ਘੜੀਆਂ ਦੀ ਤਾਂਗ। ਉਹਨੇ ਬਹੁਤ ਤਪੱਸਿਆ ਕੀਤੀ, ਬਹੁਤ ਜ਼ਿਆਦਾ ਮਿਹਨਤ ਕੀਤੀ। ਔਰ 1958 ਵਿੱਚ ਟੋਕੀਓ ਵਿੱਚ ਹੋਈਆਂ ਜਾਪਾਨ ਦੇ ਵਿੱਚ, ਉੱਥੇ ਮਿਲਖਾ ਸਿੰਘ ਸਭ ਤੋਂ ਤਕੜਾ ਐਥਲੀਟ ਸਿੱਧ ਹੋਇਆ। 200 ਤੇ 400 ਮੀਟਰ ਦੌੜਾਂ ਵਿੱਚ ਉਸਨੇ ਨਵੇਂ ਰਿਕਾਰਡ ਰੱਖੇ। ਪਾਕਿਸਤਾਨ ਦਾ ਦੌੜਾਕ ਅਬਦੁਲ ਖਾਲਕ 200 ਮੀਟਰ ਦੀ ਦੌੜ ਵਿੱਚ ਕਿਸੇ ਨੂੰ ਨਿਗਾਹ ਹੇਠ ਨਹੀਂ ਸੀ ਲਿਆਉਂਦਾ। ਮਿਲਖਾ ਸਿੰਘ ਤੇ ਅਬਦੁਲ ਖਾਲਕ ਚੋਂ
ਖਾਲਿਕ ਤੇ ਅਬਦੁਲ ਖਾਲਿਕ ਔਰ ਮਿਲਖਾ ਸਿੰਘ ਦੇ ਵਿੱਚੋਂ ਜਿਹੜਾ ਪਹਿਲੇ ਨੰਬਰ ਤੇ ਆਂਦਾ ਉਹ ਬੈਸਟ ਐਥਲੀਟ ਬਣਦਾ। ਤੇ ਹੁਣ ਇੱਕ ਬੈਸਟ ਐਥਲੀਟ ਵਾਲਾ ਪਰਸਨ, ਕਿ ਮਿਲਖਾ ਸਿੰਘ ਏਸ਼ੀਆ ਦਾ ਬੈਸਟ ਐਥਲੀਟ ਕਿਵੇਂ ਬਣਿਆ ਤੇ ਕਦੋਂ, ਇਹਦੇ ਬਾਰੇ। ਅਬਦੁਲ 100 ਮੀਟਰ ਦੀ ਦੌੜ ਜਿੱਤ ਚੁੱਕਾ ਸੀ ਤੇ ਮਿਲਖਾ ਸਿੰਘ 400 ਮੀਟਰ ਦੀ। ਹੁਣ 200 ਮੀਟਰ ਦੀ ਜਿਹੜਾ ਜਿੱਤੂਗਾ ਉਹ ਹੀ ਬੈਸਟ ਐਥਲੀਟ ਬਣੂਗਾ। 200 ਮੀਟਰ ਦੀ ਦੌੜ ਉੱਤੇ ਅਨੇਕਾਂ ਸ਼ਰਤਾਂ ਲੱਗੀਆਂ ਹੋਈਆਂ ਸੀ। ਦੌੜ ਸ਼ੁਰੂ ਹੋਈ ਤਾਂ ਨਾਲ ਹੀ ਨਾਲ ਦਰਸ਼ਕ ਵੀ ਸਿੱਟਾਂ ਉੱਤੋਂ ਖੜੇ ਹੋ ਗਏ। ਟਰੈਕ ਦੀ ਸੇਧ ਉੱਤੇ ਆਏ ਤਾਂ ਦੋਵੇਂ ਦੌੜਾਕ ਬਰਾਬਰ ਉੱਡ ਰਹੇ ਸਨ। ਦੌੜ ਪੂਰੀ ਹੋਣ ਤੇ ਮਿਲਖਾ ਸਿੰਘ ਲੜਖੜਾ ਕੇ ਡਿੱਗ ਪਿਆ, ਪਰੰਤੂ ਦੌੜ ਪੂਰੀ ਹੋ ਚੁੱਕੀ ਸੀ। ਦੋਹਾਂ ਨੇ ਇੱਕ ਸਮੇਂ ਫੀਤੇ ਨੂੰ ਛੋਇਆ। ਕਾਫੀ ਦੇਰ ਬਾਅਦ ਨਤੀਜੇ ਦਾ ਐਲਾਨ ਹੋਇਆ। ਦੌੜ ਦੇ ਅੰਤ ਫੋਟੋ ਵੇਖਣ ਉਪਰੰਤ ਐਲਾਨ ਹੋਇਆ, ਮਿਲਖਾ ਸਿੰਘ ਫਸਟ। ਸਾਰਾ ਸਟੇਡੀਅਮ ਹੱਲਾਸ਼ੇਰੀ ਵਿੱਚ ਗੂੰਜ ਉੱਠਿਆ। ਮਿਲਖਾ ਸਿੰਘ ਦੇ ਖੁਸ਼ੀ ਵਿੱਚ ਹੰਝੂ ਵਹਿ ਨਿਕਲੇ। ਪੱਤਰ ਪ੍ਰੇਰਕਾਂ ਦੇ ਉਹਦੇ ਆਲੇ ਦੁਆਲੇ ਝੁਰਮਟ ਪਾ ਲਏ ਤੇ ਕੈਮਰਿਆਂ ਦੀਆਂ ਅੱਖਾਂ ਚੱਗਣ ਪੁੱਜਣ ਲੱਗ ਪਈਆਂ। ਜਾਪਾਨੀ ਕੁੜੀਆਂ ਦੇ ਚੁੰਮਣਾ ਦੇ ਸਾਥੀਆਂ ਦੀਆਂ ਜਫੀਆਂ ਨੇ ਉਸ ਨੂੰ ਮਧੋਲ ਦਿੱਤਾ। ਪੋਰ ਕੇ ਉਹ ਆਪਣੇ ਕਮਰੇ 'ਚ ਪੁੱਜਾ। ਉਹ ਸ਼ੀਸ਼ੇ ਸਾਹਮਣੇ ਖੜਾ ਹੋਇਆ। ਉਹਨੇ ਆਪਣੇ ਆਪ ਨੂੰ ਗੌਰ ਨਾਲ ਵੇਖਿਆ। ਭੱਜਦੇ ਪੈਰਾਂ ਨਾਲ ਰੇਤਲੇ ਰਾਹਾਂ ਉੱਤੇ ਠੰਡੀ ਛਾਂ ਵੱਲ ਦੌੜਦਾ, ਲਹੂ ਲਿਬੜੀ ਗੱਡੀ 'ਚੋਂ ਲੁਕ ਕੇ ਸਫ਼ਰ ਕਰਦਾ, ਸ਼ਰਨਾਰਥੀ ਕੈਂਪਾਂ ਵਿੱਚ ਰੁਲਦਾ ਤੇ ਬੂਟ ਪਾਲਸ਼ਾਂ ਕਰਦਾ, ਸੁੱਕੀ ਰੋਟੀ ਚੰਬੋਲ ਕੇ ਖਾਂਦਾ, ਦੌੜਦਿਆਂ ਹਫ ਕੇ ਬੇਹੋਸ਼ ਹੁੰਦਾ। ਉਹਨਾਂ ਅੱਖਾਂ ਮੂੰਦ ਲਈਆਂ, ਸਿਰ ਬਾਹਾਂ 'ਚ ਘੁੱਟ ਲਿਆ ਤੇ ਮੰਜੇ ਤੇ ਲੇਟ ਗਿਆ। ਜੋ ਗੱਲਾਂ ਖੁਆਬ ਵਿੱਚ ਨਹੀਂ ਸੀ ਉਹ ਹਕੀਕਤ ਬਣ ਗਈਆਂ। ਸਿਰ ਬਾਹਾਂ 'ਚ ਘੁੱਟ ਲਿਆ ਤੇ ਮੰਜੇ ਤੇ ਲੇਟ ਗਿਆ। ਜਾਪਾਨ ਦਾ ਸਹਿਨਸ਼ਾਹ ਉਸ ਨੂੰ ਇਨਾਮ ਦੇ ਰਿਹਾ ਸੀ। ਜਨ ਗਨ ਮਨ ਗੁਜ ਰਿਹਾ ਸੀ। ਅਗਲੇ ਦਿਨ 'ਚ ਮਿਲਖਾ ਸਿੰਘ ਹੋ ਗਈ। ਜੂੜੇ ਵਾਲਾ ਐਥਲੀਟ ਦੀਆਂ ਮੂਰਤਾਂ ਕੁੱਲ ਦੁਨੀਆ ਦੀ ਅਖਬਾਰਾਂ ਤੇ ਛਪ ਗਈਆਂ। ਹੁਣ ਇੱਥੇ ਆਪਾਂ ਕੀ ਹੈ ਕਿ ਮਿਲਖਾ ਸਿੰਘ ਬੈਸਟ ਐਥਲੀਟ ਕਿਵੇਂ ਬਣਿਆ, ਕਦੋਂ ਬਣਿਆ, ਇਹ ਸਿਰਫ ਆਪਾਂ ਲਿਖਣਾ ਹੈ 1958 ਦੀ ਏਸ਼ੀਆਈ ਖੇਡਾਂ ਦੇ ਵਿੱਚ। ਔਰ ਜਦੋਂ ਪਾਕਿਸਤਾਨ ਦੇ ਔਰ ਹਿੰਦੁਸਤਾਨ ਦਾ ਜਿਹੜਾ ਸੀਗਾ ਮਿਲਖਾ ਸਿੰਘ, ਉਹਨਾਂ ਦੋਨਾਂ ਦੇ ਵਿੱਚ ਦੌੜ ਹੋਈ ਔਰ ਫਸਟ ਆਇਆ ਔਰ ਮਿਲਖਾ ਸਿੰਘ ਛਾ ਗਿਆ। ਇਸ ਬਾਰੇ ਲਿਖਣਾ ਹੈ ਕਿ ਨਾ ਕਿ ਨਹੀਂ, ਲੰਬੀ ਚੌੜੀ ਕਹਾਣੀ, ਉੱਥੋਂ ਦੀਆਂ 4-5 ਲਾਈਨਾਂ ਆਪਾਂ ਲਿਖਣੀਆਂ ਹੈਗੀਆਂ। ਹੁਣ ਉਸ ਤੋਂ ਬਾਅਦ ਉਸ ਸਾਲ ਕਾਮਨਵੈਲਥ ਦੇਸ਼ਾਂ ਦੀਆਂ ਖੇਡਾਂ ਇੰਗਲੈਂਡ ਵਿੱਚ ਕਾਰਡਿਫ ਵਿਖੇ ਹੋਈਆਂ। ਉੱਥੇ ਵੀ ਮਿਲਖਾ ਸਿੰਘ 400 ਮੀਟਰ ਦੀ ਦੌੜ ਵਿੱਚ ਪ੍ਰਥਮ ਆਇਆ। ਮਲਕਾ ਬਰਤਾਨੀਆ ਨੇ ਉਹਨੂੰ ਨੇੜੇ ਹੋ ਕੇ ਵੇਖਿਆ। ਕਈ ਸਾਲਾਂ ਪਿੱਛੋਂ ਮਿਲਖਾ ਸਿੰਘ ਜਦੋਂ ਦੁਬਾਰਾ ਇੰਗਲੈਂਡ ਗਿਆ ਤਾਂ ਸ਼ਹਿਜ਼ਾਦੀ ਐਨ ਨੇ ਆਪਣੀ ਬੱਗੀ ਸੜਕ ਉੱਤੇ ਜਾਂਦੇ ਮਿਲਖਾ ਸਿੰਘ ਦੇ ਨੇੜੇ ਰੁਕਵਾ ਕੇ ਕਿਹਾ, ਮਿਲਖਾ ਸਿੰਘ ਕਹਿ ਕੇ ਹਾਲ ਚਾਲ ਪੁੱਛਿਆ। 1958 ਤੋਂ 60 ਤੱਕ ਇੰਨਾ ਘੁੰਮਿਆ ਕਿ ਵਤਨ 15 ਦਿਨਾਂ ਲਈ ਗੇੜਾ ਮਾਰਨ ਨੂੰ ਵੀ ਤਰਸ ਗਿਆ। ਉਦੋਂ ਉਹਦਾ ਮੁੱਖ ਟਿਕਾਣਾ ਲੰਡਨ ਹੁੰਦਾ ਸੀ, ਪਰ ਉਹ ਛੇਤੀ ਕੀਤਿਆਂ ਲੱਭਦਾ ਨਹੀਂ ਸੀ। ਫਿਰ ਇੰਡੋ ਪਾਕ ਈਰਾਨ ਮੀਟ ਮਿਲਖਾ ਸਿੰਘ ਦੀ ਮਾਤ ਭੂਮੀ ਦੇ ਨੇੜੇ ਲਾਹੌਰ ਦੇ ਮਿੱਟ ਗੁਮਰੀ ਹੋਈ। ਉੱਥੇ ਮਿਲਖਾ ਸਿੰਘ ਇੰਚਾਂ ਫੁੱਟਾਂ ਦੀ ਥਾਂ ਮੀਟਰਾਂ ਦੇ ਫਾਸਲਾ ਨਾਲ ਪ੍ਰਥਮ ਆਇਆ ਤਾਂ ਅਨਾਉਂਸਰ ਕਹਿਣ ਲੱਗਾ, ਮਿਲਖਾ ਸਿੰਘ ਨੇ ਆ ਫਾਸਲਾ ਦੌੜਾ ਨਹੀਂ ਉੱਡ ਕੇ ਪੂਰਾ ਕੀਤਾ ਹੈ, ਇਸ ਲਈ ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਕਹਿਣਾ ਚਾਹੀਦਾ। ਹੁਣ ਇੱਥੇ ਆਹ ਪ੍ਰਸ਼ਨ ਦਾ ਉੱਤਰ ਵੀ ਆ ਗਿਆ ਕਿ ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਦੀ ਉਪਾਧੀ ਕਿਹਨੇ ਦਿੱਤੀ, ਤੇ ਇੱਥੇ ਆ ਗਿਆ ਹੈ ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਦੀ ਉਪਾਧੀ ਅਨਾਉਂਸਰ ਨੇ ਦਿੱਤੀ। ਪਾਕਿਸਤਾਨ ਦੇ ਵਿੱਚ ਅਨਾਉਂਸਰ ਨੇ। ਮਿਲਖਾ ਸਿੰਘ ਨੇ ਫਾਸਲਾ ਦੌੜ ਕੇ ਨਹੀਂ ਉੱਡ ਕੇ ਪੂਰਾ ਕੀਤਾ ਹੈ, ਇਸ ਲਈ ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਕਹਿਣਾ ਚਾਹੀਦਾ ਹੈ। ਫਿਰ 1960 ਦਾ ਸਾਲ ਆਇਆ, ਓਲੰਪਿਕ ਖੇਡਾਂ ਦਾ ਸਾਲ। ਮਿਲਖਾ ਸਿੰਘ ਦੀ ਸਾਰੀ ਤਿਆਰੀ ਇਸੇ ਲਈ ਸੀ। ਖੇਡਾਂ ਇਟਲੀ ਦੇ ਸ਼ਹਿਰ ਰੋਮ ਵਿੱਚ ਹੋ ਰਹੀਆਂ ਸਨ। ਉਦੋਂ 400 ਮੀਟਰ ਦੌੜ ਦਾ ਓਲੰਪਿਕ ਰਿਕਾਰਡ 45.9 ਸੈਕਿੰਡ ਦਾ ਸੀ। ਰੋਮ ਓਲੰਪਿਕ ਤੋਂ ਕੁਝ ਸਮਾਂ ਪਹਿਲਾਂ ਭਾਰਤ ਦੀਆਂ ਰਾਸ਼ਟਰੀ ਖੇਡਾਂ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਹੋ ਰਹੀਆਂ ਸਨ। ਉੱਥੇ ਮਿਲਖਾ ਸਿੰਘ ਨੇ 400 ਮੀਟਰ ਦੀ ਦੌੜ 46.1 ਸੈਕਿੰਡ 'ਚ ਪੂਰੀ ਕੀਤੀ ਸੀ ਤੇ 200 ਮੀਟਰ 20.8 ਸੈਕਿੰਡ ਵਿੱਚ। ਦੋਵੇਂ ਦੌੜਾਂ ਦੇ ਸਮੇਂ ਦੁਨੀਆ ਭਰ ਦੇ ਐਥਲੀਟਾਂ ਲਈ ਵੰਗਾਰ ਬਣੇ ਹੋਏ ਸਨ। ਰੋਮ ਜਾਣ ਤੋਂ ਪਹਿਲਾਂ ਯੂਰਪੀ ਮੁਲਕਾਂ ਦੇ ਦੌੜ ਸਮੇਂ ਜਰਮਨੀ 'ਚ ਉਹਨੇ ਵਿਸ਼ਵ ਚੈਂਪੀਅਨ ਕਾਫਮੈਨ ਨੂੰ ਹਰਾ ਦਿੱਤਾ। ਸਵੀਡਨ 'ਚ ਦੌੜਦਿਆਂ ਉਹਨੇ 400 ਮੀਟਰ ਦੌੜ ਓਲੰਪਿਕ ਰਿਕਾਰਡ ਜਿੰਨੇ ਸਮੇਂ 45.9 ਸੈਕਿੰਡ ਵਿੱਚ ਪੂਰੀ ਕਰ ਵਿਖਾਈ। ਪੈਰਿਸ ਵਿੱਚ ਉਸਨੇ 45.8 ਸੈਕਿੰਡ ਟਾਈਮ ਕੱਢਿਆ। ਉਸ ਨੂੰ ਵਿਸ਼ਵਾਸ ਹੋਰ ਪੱਕਾ ਹੋ ਗਿਆ ਕਿ ਉਹ ਓਲੰਪਿਕ ਜਿੱਤ ਲਵੇਗਾ। ਰੋਮ ਵਿੱਚ 400 ਮੀਟਰ ਦੀਆਂ ਹੀਟਾਂ ਜਿੱਤਦਾ ਉਹ ਸੈਮੀਫਾਈਨਲ ਤੇ ਫਿਰ ਫਾਈਨਲ ਵਿੱਚ ਅਪੜ ਗਿਆ। ਫਾਈਨਲ ਦੌੜ ਤੋਂ ਪਹਿਲਾਂ ਉਹ ਸਾਰੀ ਰਾਤ ਬੇਚੈਨ ਰਿਹਾ। ਉਹ ਸੁਭਾਵਿਕ ਹੀ ਹੁੰਦਾ ਹੈ। ਦੌੜਾਕ ਮੁਕਾਬਲੇ ਤੋਂ ਪਹਿਲਾਂ ਅਕਸਰ ਦਿਮਾਗੀ ਦੌੜਦੇ ਰਹਿੰਦੇ ਨੇ। ਉਹ ਉਹਨਾਂ ਨੂੰ ਪਰੇਸ਼ਾਨ ਕਰਦੀ ਰਹਿੰਦੀ ਹੈ। ਉਹ ਬੜੇ ਦੁਸ਼ਵਾਰ ਪਲ ਹੁੰਦੇ ਹਨ। ਉਹਨਾਂ ਨੂੰ ਟੇਕ ਨਹੀਂ ਆਉਂਦੀ, ਟਿਕਾ ਨਹੀਂ ਆਉਂਦਾ। ਉਹ ਚੁੱਪ ਗੜਪ ਕਾਇਲ ਹੁੰਦੇ ਰਹਿੰਦੇ ਹਨ। ਅਜਿਹੇ ਮੌਕੇ ਸਿਆਣੇ ਕੋਚ ਆਪਣੇ ਪੱਟਿਆਂ ਦੇ ਮਨੋ ਅਵਸਥਾ ਠੀਕ ਰੱਖਣ ਲਈ ਉਪਰਾਲੇ ਕਰਦੇ ਨੇ, ਪਰ ਉਹਨਾਂ ਦੀ ਮਨੋ ਅਵਸਥਾ ਠੀਕ ਰਵੇ। ਮਿਲਖਾ ਸਿੰਘ ਨੂੰ ਡੂੰਘੀਆਂ ਸੋਚਾਂ ਚੋਂ ਕੱਢਣ ਲਈ ਵੀ ਓੜ ਪੋੜ ਕੀਤੇ ਗਏ। ਉਹਨੂੰ ਵਿਸ਼ਵਾਸ ਬਣਾਇਆ ਗਿਆ
ਕਿ ਉਹ ਡੋਲੇ ਨਾ, ਉਹਦੇ ਮੁਕਾਬਲੇ ਦਾ ਹੋਰ ਕੋਈ ਨਹੀਂ ਹੈ। ਉਹਦਾ ਧਿਆਨ ਹੋਰਨਾਂ ਗੱਲਾਂ ਵੱਲ ਮੋੜਿਆ ਗਿਆ। ਰੋਮ ਦੇ ਇਤਿਹਾਸਕ ਦੌੜ ਸ਼ੁਰੂ ਹੋਣ ਲੱਗੀ। ਬਹੁਤ ਸਾਰੇ ਲੋਕਾਂ ਦੀਆਂ ਨਿਗਾਹਾਂ ਮਿਲਖਾ ਸਿੰਘ ਉੱਪਰ ਸਨ। ਉਹ ਉਸ ਨੂੰ ਜੂੜੇ ਤੋਂ ਉਹ ਪਾਦਰੀ ਜਾਪਦਾ ਸੀਗਾ, ਕੋਈ ਧਰਮੀ ਬੰਦਾ ਸਮਝ ਰਹੇ ਸਨ ਲੋਕ ਉਹਨੂੰ। ਦੌੜ ਸ਼ੁਰੂ ਹੋਈ ਤਾਂ ਪਹਿਲੇ 250 ਮੀਟਰ ਉਹ ਬਹੁਤ ਤੇਜ਼ ਦੌੜਿਆ। ਅਚਾਨਕ ਉਸ ਨੂੰ ਅਹਿਸਾਸ ਹੋਇਆ ਕਿ ਉਹ ਖਤਰਨਾਕ ਹੱਕ 'ਚ ਲੈ ਗਿਆ ਤੇ ਉਹਦੇ ਕਦਮ ਢਿੱਲੇ ਪੈ ਗਏ ਨੇ। ਹੁਣ ਇੱਥੇ ਉਸ ਪ੍ਰਸ਼ਨ ਦਾ ਉੱਤਰ ਆਵੇਗਾ ਕਿ ਉਹਦੀ ਇਸ ਗਲਤੀ ਦਾ ਸਦਮਾ ਉਹਨੂੰ ਉਮਰ ਭਰ ਰਹੇਗਾ। ਕੀ ਗਲਤੀ ਉਹਨੇ ਕੀਤੀ ਕਿ 250 ਮੀਟਰ ਤੇ ਆ ਕੇ ਉਹ ਰੁਕ ਗਿਆ ਔਰ ਸੋਚਣ ਲੱਗ ਗਿਆ। ਹੁਣ ਇੱਥੋਂ ਆਪਾਂ ਦੁਬਾਰਾ ਪੜਨਾ ਚਾਲੂ ਕਰਦੇ ਹਾਂ। ਦੌੜ ਸ਼ੁਰੂ ਹੋਈ, ਪਹਿਲੇ 250 ਮੀਟਰ ਵਿੱਚੋਂ ਬਹੁਤ ਤੇਜ਼ ਦੌੜਿਆ। ਅਚਾਨਕ ਉਸ ਨੂੰ ਅਹਿਸਾਸ ਹੋਇਆ ਕਿ ਉਹ ਖਤਰਨਾਕ ਹੱਕ 'ਚ ਲੈ ਗਿਆ, ਉਹਦੇ ਕਦਮ ਢਿੱਲੇ ਪੈ ਗਏ। ਇਹ ਸਭ ਕੁਝ ਇਉਂ ਹੋਇਆ ਜਿਵੇਂ ਕੋਈ ਤੇਜ਼ ਰਫ਼ਤਾਰ ਚੱਲਦੀ ਗੱਡੀ ਨੂੰ ਕੇਰ ਚੋਂ ਕੱਢ ਦੇਵੇ। ਸੇਧ ਉੱਤੇ ਪਹੁੰਚਦਿਆਂ ਮਿਲਖਾ ਸਿੰਘ ਕਟਿਆ ਗਿਆ। ਸੇਧ ਉੱਤੇ ਲਾਇਆ, ਸਿਰ ਤੋੜ ਤਾਣ ਵੀ ਕੁਝ ਨਾ ਕਰ ਸਕਿਆ। ਮਤਲਬ ਉਸ ਮੈਂ ਰਿਦਮ ਤੋਂ ਕੱਟ ਗਿਆ। ਉਹ ਮਿਲਖਾ ਸਿੰਘ ਚੌਥੇ ਨੰਬਰ ਤੇ ਆਇਆ, ਪਰ ਉਸ ਸਮਾਂ ਪਹਿਲੇ 올림픽 ਰਿਕਾਰਡ ਨੂੰ ਮਾਤ ਪਾ ਗਿਆ। ਉੱਥੇ ਉਸਨੇ ਇਹ ਦੌੜ 45.6 ਸੈਕਿੰਡ ਵਿੱਚ ਪੂਰੀ ਕੀਤੀ, ਜੋ ਏਸ਼ੀਆ ਦੇ ਕਿਸੇ ਦੌੜਾਕ ਦੀ ਬਹੁਤ ਵੱਡੀ ਪ੍ਰਾਪਤੀ ਹੈ। ਹੁਣ ਵੀ ਜਦੋਂ ਮਿਲਖਾ ਸਿੰਘ ਉਸ ਦਾ ਦੌੜ ਦਾ ਜ਼ਿਕਰ ਕਰਦਾ ਹੈ ਤਾਂ 250 ਮੀਟਰ ਉੱਤੇ ਕੀਤੀ ਗਲਤੀ ਕਾਰਨ ਉਹ ਮੱਥੇ ਨੂੰ ਹੱਥ ਮਾਰਦਾ ਹੈ। ਇਸ ਗਲਤੀ ਦਾ ਸਦਮਾ ਮੈਨੂੰ ਉਮਰ ਭਰ ਰਹੇਗਾ। ਰੋਮ ਦੀ ਦੌੜ ਪਿੱਛੋਂ ਮਿਲਖਾ ਸਿੰਘ ਉਦਾਸ ਹੋ ਗਿਆ। ਉਹਦੇ ਸੁਪਨਿਆਂ ਦਾ ਸੁਨਹਿਰੀ ਮਹਿਲ ਖਿੰਡ ਪੁੰਡ ਗਿਆ। ਵਰਿਆਂ ਦੀ ਘਾਲਣਾ ਚੇਤੇ ਕਰਕੇ ਉਹਦਾ ਰੋਣਾ ਨਿਕਲ ਗਿਆ। ਦੌੜਦਿਆਂ ਵੀ ਤੋਂ ਵੱਧ ਜ਼ੋਰ ਲਾਉਣ ਕਾਰਨ ਉਹ ਕਿੰਨੀ ਵਾਰ ਡਿੱਗਿਆ ਤੇ ਬੇਹੋਸ਼ ਹੋਇਆ, ਕੋਈ ਗਿਣਤੀ ਹੀ ਨਹੀਂ ਸੀ। ਉਹਦੀ ਭੈਣ ਤੇ ਉਹਦੀ ਦੌੜ ਵੇਖਣੀ ਚਾਹੀ ਸੀ। ਆਪਣੀ ਭੈਣ ਨੂੰ ਉਹ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਲੈ ਗਿਆ। ਉਹਦੀ ਭੈਣ ਰੋਣ ਲੱਗੀ, ਪਰ ਲੋਕਾਂ ਨੇ ਸਮਝਾਇਆ ਕਿ ਉਹ ਛੇਤੀ ਹੋਸ਼ ਵਿੱਚ ਆ ਜਾਏਗਾ। ਜਦੋਂ ਮਿਲਖਾ ਸਿੰਘ ਸੁਰਤ ਸਿਰ ਹੋ ਕੇ ਭੈਣ ਕੋਲ ਆਇਆ ਤਾਂ ਭੈਣ ਕਹਿਣ ਲੱਗੀ, ਵੀਰਾ ਤੂੰ ਦੌੜਨਾ ਛੱਡ ਦੇ, ਮੈਂ ਤੈਨੂੰ ਇੰਨਾ ਔਖਾ ਹੁੰਦਾ ਨਹੀਂ ਵੇਖ ਸਕਦੀ। ਕਿਉਂਕਿ ਉਹ ਦੌੜ ਕੇ ਬੇਹੋਸ਼ ਹੋ ਕੇ ਡਿੱਗ ਗਿਆ ਸੀਗਾ, ਤਾਂ ਉਹਦੀ ਭੈਣ ਨੇ ਆ ਗੱਲ ਕਹੀ ਸੀ। ਪਰੰਤੂ ਮਿਲਖਾ ਸਿੰਘ ਨੇ ਅੱਗੋਂ ਕੀ ਆਖਿਆ, ਵੇਖ ਇਹ ਕਿੰਨੇ ਲੋਕ ਨੇ, ਸਾਰੇ ਮੇਰੀ ਦੌੜ ਵੇਖਣ ਆਏ ਨੇ। ਦੌੜਨਾ ਛੱਡ ਦਿਆਂ ਤਾਂ ਮੈਨੂੰ ਕੌਣ ਵੇਖੇਗਾ। ਇਹ ਸਾਰੀ ਸ਼ਾਨ ਦੌੜਨ ਦੇ ਸਿਰ ਉੱਤੇ ਹੈ। ਉਹ ਬੇਸ਼ੱਕ ਆਪਣੀ ਸਿਖਰ ਵੀ ਫਾਰਮ ਤੋਂ ਢਲ ਚੁੱਕਾ ਸੀ, ਪਰ ਉਸ ਨੂੰ ਦੌੜਨਾ ਫਿਰ ਵੀ ਜਾਰੀ ਰੱਖਿਆ। 1962 ਵਿੱਚ ਜਕਾਰਤਾ ਦੀਆਂ ਚੌਥੀ ਏਸ਼ੀਆਈ ਖੇਡਾਂ 'ਚ ਉਹਨੇ 2 ਸੋਨੇ ਦੇ ਤਮਗੇ ਜਿੱਤੇ, ਮੈਡਲ ਤਮਗਾ। 1954 ਵਿੱਚ ਟੋਕੀਓ ਵਿੱਚ ਤੀਜੀ ਵਾਰ 올림픽 ਖੇਡਾਂ 'ਚ ਭਾਗ ਲਿਆ ਤੇ ਕਈ ਹੋਰਨੀ ਥਾਈਂ ਵੀ ਦੌੜਿਆ। ਅਖੀਰ ਟੋਕੀਓ ਦੇ 올림픽 ਦੌੜਨ ਪਿੱਛੋਂ ਉਹਨੇ ਅਲਵਿਦਾ ਕਹਿ ਦਿੱਤਾ, ਸੰਨਿਆਸ ਲੈ ਲਿੱਤਾ ਔਰ ਆਪਣੇ ਬੂਟ ਹੈ ਉਹ ਕਿੱਲੀ ਉੱਤੇ ਟੰਗ ਦਿੱਤੇ ਔਰ ਉਹ ਬੂਟ ਅੱਜ ਵੀ ਵੰਗਾਰ ਰਹੇ ਨੇ। ਆਓ ਜਵਾਨੋ ਕੋਈ ਨਿੱਤਰ ਕੇ ਵਿਖਾਓ। ਮਿਲਖਾ ਸਿੰਘ ਫੌਜੀ ਸਿਪਾਹੀ ਤੋਂ ਤਰੱਕੀ ਕਰਦਾ ਕਰਦਾ ਜਮਾਦਾਰੀ ਦੇ ਰੈਂਕ ਤੇ ਅਪੜ ਗਿਆ। ਪੰਜਾਬ ਸਰਕਾਰ ਨੇ ਉਹਨੂੰ ਪਹਿਲਾਂ ਖੇਡ ਵਿਭਾਗ ਦਾ ਡਿਪਟੀ ਡਾਇਰੈਕਟਰ ਤੇ ਪਿੱਛੋਂ ਡਾਇਰੈਕਟਰੀ ਸੌਂਪ ਦਿੱਤੀ ਸੀ। ਉਹ ਪਿੱਛੋਂ ਜੇ ਹੀ ਆਪਣੀ ਨੌਕਰੀ ਤੋਂ ਰਿਟਾਇਰ ਹੋਇਆ ਹੈ। ਅੱਜ ਕੱਲ੍ਹ ਚੰਡੀਗੜ੍ਹ ਦਾ ਵਾਸੀ ਹਾਂ। ਬਹੁਤ ਬਹੁਤ ਧੰਨਵਾਦ।